ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਫਤਿਹ ਸਿੰਘ ਲੈ ਕੇ ਆਇਆ ਤੁਹਾਡੇ ਲਈ ਅਪ੍ਰੈਲ ਮੰਥ ਦੇ ਜੋ ਕਰੰਟ ਅਫੇਅਰਸ ਆ ਉਹਨਾਂ ਦਾ ਪਾਰਟ 2। ਅਸੀਂ ਆਲਰੇਡੀ ਪਾਰਟ 1 ਕਰ ਚੁੱਕੇ ਹਾਂ। ਜੇ ਤੁਸੀਂ ਹੁਣ ਤੱਕ ਪਾਰਟ 1 ਦੀ ਵੀਡੀਓ ਨਹੀਂ ਦੇਖੀ ਤਾਂ ਉਹ ਵੀਡੀਓ ਜ਼ਰੂਰ ਦੇਖ ਲਿਓ ਅਤੇ ਉਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗਾ। ਅੱਜ ਹੈ ਦੂਜਾ ਪਾਰਟ। ਮੈਂ ਜਲਦੀ ਹੀ ਥੋੜ੍ਹੇ ਦਿਨਾਂ ਵਿੱਚ ਮਿਡ ਅਗਸਤ ਤੱਕ ਦੇ ਸਾਰੇ ਕਰੰਟ ਅਫੇਅਰਸ ਤੁਹਾਡੇ ਲਈ ਲੈ ਕੇ ਆਊਂਗਾ, ਜੋ ਕਿ ਪੰਜਾਬ ਸਬ ਇੰਸਪੈਕਟਰ ਦਾ ਐਗਜ਼ਾਮ ਆ ਰਿਹਾ ਉਸ ਦੇ ਲਈ ਕਾਫੀ ਇੰਪੋਰਟੈਂਟ ਹੋਣਗੇ, ਅਤੇ ਉਸ ਤੋਂ ਬਾਅਦ ਜੋ ਕਾਂਸਟੇਬਲ ਦਾ ਐਗਜ਼ਾਮ ਹੋਊਗਾ ਜਾਂ ਹੋਰ ਕੋਈ ਵੀ ਪੰਜਾਬ ਗੌਰਮੈਂਟ ਦੇ ਐਗਜ਼ਾਮ ਹੋਣਗੇ ਉਹਨਾਂ ਸਾਰਿਆਂ ਦੇ ਲਈ ਇਹ ਬੜੇ ਹੀ ਇੰਪੋਰਟੈਂਟ ਕਰੰਟ ਅਫੇਅਰਸ ਹੋਣਗੇ। ਚਲੋ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਹੈਗੀ ਹੈ ਜਾਰਡਨ ਦੇ ਬਾਰੇ। ਤਾਂ ਮੈਂ ਕੋਸ਼ਿਸ਼ ਕਰੂੰਗਾ ਇਹਦੇ ਵਿੱਚ ਸਟੈਟਿਕ ਅਤੇ ਕਰੰਟ ਅਫੇਅਰ ਕਵਰ ਕਰੂੰਗਾ, ਤੁਹਾਨੂੰ ਉੱਥੇ ਤੱਕ ਹੀ ਲਿਮਿਟ ਰੱਖੂੰਗਾ ਜੋ ਤੁਹਾਡੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੈਗਾ। ਖਬਰ ਦਾ ਜੋ ਮਸਾਲਾ ਹੋਊਗਾ ਉਹ ਸਾਡੇ ਲਈ ਕੰਮ ਦਾ ਨਹੀਂ ਹੋਊਗਾ, ਲੇਕਿਨ ਹਾਂ ਉਸ ਖਬਰ ਦੇ ਵਿੱਚੋਂ ਜਿੱਥੋਂ ਕੁਐਸਚਨ ਬਣ ਸਕਦਾ ਹੈ ਉਹ ਸਾਡੇ ਲਈ ਜ਼ਰੂਰ ਕੰਮ ਦਾ ਹੋਊਗਾ। ਜੋ ਜਾਰਡਨ ਕੰਟਰੀ ਹੈ ਉਹ ਨਿਊਜ਼ ਦੇ ਵਿੱਚ ਇਸ ਕਰਕੇ ਹੈ ਕਿਉਂਕਿ ਉੱਥੇ ਜੀ ਜਾਰਡਨ ਦੀ ਰਾਇਲ ਫੈਮਿਲੀ ਹੈ, ਉੱਥੇ ਕੁਛ ਨਾ ਕੁਛ ਪ੍ਰੋਬਲਮ ਚੱਲ ਰਹੀ ਹੈ ਅਤੇ ਅਸੀਂ ਉਸ ਦੇ ਵਿੱਚ ਨਹੀਂ ਜਾਵਾਂਗੇ। ਹਾਂ, ਜਿਹੜੇ ਜਾਰਡਨ ਦੇ ਰਾਇਲ ਹਾਊਸ ਉਹਨਾਂ ਦੇ ਪ੍ਰਿੰਸ ਦਾ ਨਾਮ ਯਾਦ ਕਰ ਲਿਓ ਜੀ, ਪ੍ਰਿੰਸ ਹਮਾਜ਼ ਬਿਨ ਅਲ ਹੁਸੈਨ। ਤੋਂ ਹੋ ਸਕਦਾ ਤੁਹਾਨੂੰ ਇੱਕ ਤੇ ਕੁਐਸਚਨ ਆ ਜਾਵੇ ਪ੍ਰਿੰਸ ਦਾ ਨਾਮ ਕੀ ਹੈ ਜੀ, ਪ੍ਰਿੰਸ ਹਮਾਜ਼ ਬਿਨ ਉਲ ਹੁਸੈਨ। ਅਤੇ ਹੁਣ ਅਸੀਂ ਦੇਖਾਂਗੇ ਕਿ ਇਸ ਕੰਟਰੀ ਦੀ ਜੋਗ੍ਰਾਫੀਕਲ ਕੰਡੀਸ਼ਨ ਕੀ ਆ। ਕਰਾਂ ਤਾਂ ਜਾਰਡਨ ਸਾਡੇ ਇੰਡੀਆ ਦੇ ਵੈਸਟ ਸਾਈਡ 'ਤੇ ਆ, ਮੀਨਜ਼ ਜੇ ਏਸ਼ੀਆ ਦੀ ਗੱਲ ਕਰੀਏ ਤਾਂ ਏਸ਼ੀਆ ਦੇ ਵੈਸਟ ਸਾਈਡ 'ਤੇ ਆ। ਏਰੀਆ ਜਾਰਡਨ ਇੱਥੇ ਛੋਟਾ ਜਿਹਾ, ਇਸ ਮੈਪ ਨੂੰ ਮੈਂ ਡੀਪ ਕਰਕੇ ਵੀ ਜ਼ਰੂਰ ਦਿਖਾਊਂਗਾ। ਇਹ ਜਾਰਡਨ ਹੈ ਸਾਡੇ ਕੋਲ। ਜਾਰਡਨ ਦੇ ਨਾਲ ਹੋਰ ਸਾਡੇ ਕੋਲ ਕਿਹੜੀਆਂ ਕੰਟਰੀਜ਼ ਆ, ਜਿਵੇਂ ਸਾਊਦੀ ਅਰੇਬੀਆ ਹੋ ਗਈਆਂ, ਈਰਾਨ ਹੋ ਗਈਆਂ, ਇਹ ਵੱਡੀਆਂ ਕੰਟਰੀਜ਼ ਆ। ਕੁਛ ਕੁ ਵਾਟਰ ਬੋਡੀਜ਼, ਜਿਵੇਂ ਆਪਾਂ ਰੈੱਡ ਸੀ ਦੀ ਗੱਲ ਕਰੀਏ, ਠੀਕ ਹੈ ਜੀ, ਇਹ ਵੀ ਇੱਕ ਇੰਪੋਰਟੈਂਟ ਵਾਟਰ ਬੋਡੀ ਹੈ, ਸਾਨੂੰ ਪਤਾ ਹੋਣਾ ਚਾਹੀਦਾ। ਇੱਥੇ ਹੈਗਾ ਜੀ ਗਲਫ ਆਫ ਐਡਨ, ਤੋਂ ਗਲਫ ਆਫ ਐਡਨ ਬਾਰੇ ਯਾਦ ਰੱਖਿਓ, ਇੱਥੋਂ ਵੀ ਕੁਐਸਚਨ ਬਣ ਸਕਦਾ ਹੈ। ਇੱਥੇ ਹੈਗਾ ਜੀ ਸਟੇਟ ਆਫ ਹਾਰਮੋਜ਼ ਸਟੇਟ ਵੀ ਇਹਨੂੰ ਬੋਲਦੇ ਆ। ਗਲਫ ਆਫ ਓਮਾਨ ਹੋ ਗਿਆ, ਪਰਸ਼ੀਅਨ ਗਲਫ ਹੋ ਗਿਆ। ਇਹਨਾਂ ਦੇ ਅਰਾਊਂਡ ਕਿਹੜੀਆਂ ਕੰਟਰੀਜ਼ ਆ, ਤੁਸੀਂ ਇਹ ਵੀ ਧਿਆਨ ਰੱਖਣਾ, ਠੀਕ ਹੈ ਜੀ। ਚਲੋ ਹੁਣ ਜਾਰਡਨ ਥੋੜ੍ਹਾ ਜਿਹਾ ਡੀਪ ਦੇਖਦੇ ਆਪਾਂ। ਜਾਰਡਨ ਦਾ ਇੱਕ ਹੋਰ ਮੈਪ ਸਾਡੇ ਕੋਲ ਹੈਗਾ, ਇਹ ਰਿਹਾ ਜੀ ਜਾਰਡਨ ਦੀ ਜਿਹੜੀ ਬਾਊਂਡਰੀ ਲੱਗਦੀ ਆ, ਇੱਕ ਤਾਂ ਇਹ ਲੱਗਦੀ ਹੈ ਜਿੱਦਾਂ ਦੇਖੋ ਸਾਊਦੀ ਅਰੇਬੀਆ ਦੇ ਨਾਲ, ਦੂਜੀ ਲੱਗਦੀ ਆ ਇਰਾਕ ਦੇ ਨਾਲ, ਇੱਕ ਸੀਰੀਆ ਦੇ ਨਾਲ ਲੱਗਦੀ ਆ, ਇੱਕ ਲੱਗਦੀ ਸਾਡੇ ਕੋਲ ਜੀ ਇਜ਼ਰਾਈਲ ਦੇ ਨਾਲ। ਇਹ ਚੀਜ਼ਾਂ ਯਾਦ ਰੱਖਣੀਆਂ। ਇੱਕ ਡੈੱਡ ਸੀ ਆ ਸਾਡੇ ਕੋਲ ਜੋ ਕਿ ਇਜ਼ਰਾਈਲ ਅਤੇ ਜਾਰਡਨ ਦੇ ਵਿਚਕਾਰ ਆਉਂਦਾ, ਠੀਕ ਹੈ ਜੀ। ਗਲਫ ਆਫ ਅਕਾਬਾ ਉਹਦੇ ਨਾਲ ਥੋੜ੍ਹਾ ਜਿਹਾ ਪਾਰਟ ਲੱਗਦਾ ਜਾਰਡਨ ਦਾ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਹ ਜਿਹੜੀ ਨੀਲੀ ਜੀ ਵਾਟਰ ਬੋਡੀ ਇਹਨੂੰ ਅਸੀਂ ਗਲਫ ਆਫ ਅਕਾਬਾ ਕਹਿੰਦੇ ਹਾਂ। ਚਲੋ ਨੈਕਸਟ ਹੈਗਾ ਸਾਡੇ ਕੋਲ ਵਰਲਡ ਇਕਨੋਮਿਕ ਆਊਟਲੁੱਕ। ਤਾਂ ਜੋ ਵਰਲਡ ਇਕਨੋਮਿਕ ਆਊਟਲੁੱਕ ਰਿਪੋਰਟ ਹੈ, ਇਹਨੂੰ ਪਬਲਿਸ਼ ਕਰਨ ਵਾਲੀ ਅਥਾਰਟੀ ਦਾ ਨਾਮ ਹੈ ਜੀ IMF, ਇੰਟਰਨੈਸ਼ਨਲ ਮੋਨੇਟਰੀ ਫੰਡ। ਸਭ ਤੋਂ ਇੰਪੋਰਟੈਂਟ ਤਾਂ ਤੁਸੀਂ ਇਹ ਯਾਦ ਰੱਖਣਾ ਕਿ ਵਰਲਡ ਇਕਨੋਮਿਕ ਆਊਟਲੁੱਕ ਨੂੰ ਕੌਣ ਪਬਲਿਸ਼ ਕਰਦਾ, ਇੰਟਰਨੈਸ਼ਨਲ ਮੋਨੇਟਰੀ ਫੰਡ, ਠੀਕ ਹੈ, IMF। ਬਾਕੀ ਜੋ ਦੇ ਫਿਗਰਸ ਆ ਉਹ ਅਸੀਂ ਉੱਧਰ ਨਹੀਂ ਜਾਵਾਂਗੇ। ਹਾਂ, ਥੋੜ੍ਹਾ ਜਿਹਾ IMF ਦੇ ਬਾਰੇ ਦੇਖ ਲੈਂਦੇ ਹਾਂ ਜੀ। ਜਿਵੇਂ ਕਿ IMF ਦੀ ਫੁੱਲ ਫਾਰਮ ਸਾਨੂੰ ਪਤਾ ਲੱਗ ਚੁੱਕੀ ਹੈ, ਇੰਟਰਨੈਸ਼ਨਲ ਮੋਨੇਟਰੀ ਫੰਡ, ਠੀਕ ਹੈ ਜੀ। ਇਹ 1944 ਦੇ ਵਿੱਚ ਇਹਨੂੰ ਸਟੈਬਲਿਸ਼ ਕੀਤਾ ਗਿਆ ਸੀਗਾ। ਹੈੱਡਕੁਆਟਰ ਦਾ ਕਿੱਥੇ ਆ, ਵਾਸ਼ਿੰਗਟਨ DC ਦੇ ਵਿੱਚ, USA ਦੇ ਵਿੱਚ, ਠੀਕ। ਉਦੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਜ ਦੇ ਟਾਈਮ ਦੇ ਵਿੱਚ ਇਹ ਜਿਹੜਾ ਸਿਸਟਮ ਸਾਡੇ ਕੋਲ ਚੱਲਦਾ ਆ IMF ਦੇ ਲਈ, ਉਹ ਕਰੰਸੀ ਨੂੰ ਕਿਵੇਂ ਅਸੀਂ ਕਾਊਂਟਰ ਕਰਨਾ ਹੈ, ਕਰੰਸੀ ਨੂੰ ਕਿਵੇਂ ਕਾਊਂਟ ਕਰਨਾ, ਉਸ ਚੀਜ਼ ਦੇਖਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਫਲੋਟਿੰਗ ਐਕਸਚੇਂਜ ਰੇਟ। ਮੀਨਸ ਤੁਹਾਨੂੰ ਪਤਾ ਆ ਕਿ ਜੋ ਇੰਡੀਆ ਦੀ ਕਰੰਸੀ ਉਹ USA ਦੀ ਕਰੰਸੀ ਨਾਲ ਕੰਪੈਰੀਜ਼ਨ ਕਰਦੀ ਆ, ਉਹ ਕਿੰਨੀ ਹੋਊਗੀ, ਡੇਲੀ ਚੇਂਜ ਹੁੰਦੀ ਰਹਿੰਦੀ ਆ। ਉਹਦੇ ਪਿੱਛੇ ਜਿਹੜਾ ਸਿਸਟਮ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਫਲੋਟਿੰਗ ਐਕਸਚੇਂਜ ਰੇਟ। ਹੋਰ ਕੁਛ ਕੁ ਬੋਡੀ ਸਾਡੇ ਕੋਲ UN ਦੀਆਂ ਹੈਗੀਆਂ। UN ਬਾਰੇ ਦੇਖ ਲਈਏ ਆਪਾਂ ਥੋੜ੍ਹਾ ਜਿਹਾ। UN ਦੀਆਂ ਬੋਡੀਜ਼ 5 ਇੰਪੋਰਟੈਂਟ ਬੋਡੀਜ਼ ਆ, ਹਾਲਾਂਕਿ 6 ਔਰਗਨ ਮੇਨ ਔਰਗਨ ਇਹਦੇ 6 ਯਾਦ ਰੱਖਿਓ, 6 ਮੇਨ ਔਰਗਨ ਆ ਜੀ। ਉਹਨਾਂ ਵਿੱਚ ਜਿਹੜੇ 5 ਆ, ਜਿਵੇਂ ਕਿ ਆਪਾਂ ਗੱਲ ਕਰਦੇ ਹਾਂ UNGA, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ। ਦੂਜੇ ਨੰਬਰ 'ਤੇ ਸਾਡੇ ਕੋਲ ਹੈਗਾ UNSC, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ। ਫਿਰ ਹੈਗਾ ਯੂਨਾਈਟਿਡ ਨੇਸ਼ਨ ਇਕਨੋਮਿਕ ਐਂਡ ਸੋਸ਼ਲ ਕਾਊਂਸਲ। ਇੱਕ ਹੈਗਾ ਜੀ UN ਟਰਸਟਸ਼ਿਪ ਕਾਊਂਸਲ ਐਂਡ UN ਸੈਕਰੇਟਰੀਏਟ। ਇਹਨਾਂ 5 ਬੋਡੀਜ਼ ਦਾ ਜੋ ਹੈੱਡਕੁਆਟਰ ਸਾਨੂੰ ਨਿਊਯਾਰਕ ਦੇ ਵਿੱਚ ਮਿਲਦਾ। ਇੱਕ ਤਾਂ ਤੁਸੀਂ UN ਦੀਆਂ ਬੋਡੀਜ਼ ਯਾਦ ਰੱਖਣੀਆਂ ਕਿਹੜੀਆਂ 6 ਔਰਗਨ ਮੇਨ ਆ, ਅਤੇ ਪਲੱਸ ਉਹਨਾਂ ਦੇ ਹੈੱਡਕੁਆਟਰ। 6ਵੇਂ ਨੰਬਰ 'ਤੇ ਸਾਡੇ ਕੋਲ ਹੈਗਾ ਜੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ICJ। ਇਹਦਾ ਹੈੱਡਕੁਆਟਰ ਸਾਨੂੰ ਹੇਗ ਨੀਦਰਲੈਂਡ ਦੇ ਵਿੱਚ ਮਿਲਦਾ। ਬਹੁਤ ਇੰਪੋਰਟੈਂਟ ਗੱਲ ਹੈ ਇਹਦੇ ਬਾਰੇ, ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ। ਅੱਗੇ ਚੱਲਦੇ ਹਾਂ ਜੀ। ਇਸ ਡਾਇਗਰਾਮ ਦੇ ਥਰੂ ਮੈਂ ਕੋਸ਼ਿਸ਼ ਕੀਤੀ ਹੈ ਕਿ ਨਾ ਮੈਂ ਤੁਹਾਨੂੰ ਦਿਖਾਇਆ ਜਾਵੇ ਇਹਦੇ ਬਾਰੇ। ਜਿਹੜਾ UN ਆ ਉਹ 1945 ਦੇ ਵਿੱਚ ਸਟੈਬਲਿਸ਼ ਹੁੰਦਾ ਆ, ਫਾਊਂਡ ਕੀਤਾ ਜਾਂਦਾ ਆ, ਅਤੇ ਬਾਕੀ ਸਾਰੀਆਂ ਬੋਡੀਜ਼ ਜਿਹੜੀਆਂ ਆ ਸਾਰੀਆਂ ਉਸੇ ਸਾਲ ਹੀ ਫਾਊਂਡ ਕੀਤੀਆਂ ਜਾਂਦੀਆਂ, ਵੀ ਤੁਸੀਂ ਧਿਆਨ ਰੱਖਣਾ। ਥੋੜ੍ਹੀ ਜਿਹੀ ਇਨਫੋਰਮੇਸ਼ਨ ਅਸੀਂ ਹੁਣ UNSC ਮੀਨਸ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਦੇ ਬਾਰੇ ਲੈ ਰਹੇ ਨੇ, ਇਹ ਵੀ ਕਾਫੀ ਇੰਪੋਰਟੈਂਟ ਆ, ਨਿਊਜ਼ ਦੇ ਵਿੱਚ ਆਉਂਦੀ ਹੈ ਜੀ। ਟੋਟਲ ਦੇ 15 ਮੈਂਬਰ ਆ, 15 ਮੈਂਬਰ ਸਾਡੇ ਕੋਲ, ਠੀਕ ਆ। ਇਹਨਾਂ ਵਿੱਚੋਂ 5 ਕਿਹੜੇ ਆ ਜੀ ਪਰਮਾਨੈਂਟ ਮੈਂਬਰ ਆ, ਜਿਵੇਂ ਆਪਾਂ USA ਦੀ ਗੱਲ ਕਰ ਲਈਏ, UK ਦੀ ਗੱਲ ਕਰ ਲਈਏ, ਰਸ਼ੀਆ ਦੀ ਗੱਲ ਕਰ ਲਈਏ, ਚਾਈਨਾ ਅਤੇ ਫਰਾਂਸ। ਇਹ 5 ਮੈਂਬਰ ਸਾਡੇ ਕੋਲ ਹੈਗੇ ਆ ਜੀ ਪਰਮਾਨੈਂਟ ਮੈਂਬਰ, ਜਿਨ੍ਹਾਂ ਕੋਲ ਕੀ ਵੀਟੋ ਪਾਵਰ ਆ। ਮੀਨਸ ਜੇ ਕੋਈ ਵੀ ਰੈਜ਼ੋਲੂਸ਼ਨ ਪਾਸ ਹੋਊਗਾ ਇਹਨਾਂ ਦੇ ਵਿੱਚੋਂ, ਜੇ ਇੱਕ ਨੇ ਵੀ ਨਾ ਕਰ ਦਿੱਤਾ ਉਹ ਰੈਜ਼ੋਲੂਸ਼ਨ ਪਾਸ ਨਹੀਂ ਹੋਊਗਾ। ਸਾਰਿਆਂ ਦੀ ਰਜਾਮੰਦੀ ਹੋਣੀ ਬੜੀ ਜ਼ਰੂਰੀ ਹੈ।
ਠੀਕ ਆ। ਉਦੋਂ ਬਾਅਦ ਸਾਡੇ ਕੋਲ 10 ਇੱਦਾਂ ਦੇ ਮੈਂਬਰ ਆ ਜਿਹੜੇ ਕਿ ਨੋਨ ਪਰਮਾਨੈਂਟ ਹੁੰਦੇ ਆ, ਮੀਨਸ ਉਹ ਇਲੈਕਟਡ ਮੈਂਬਰ ਹੁੰਦੇ ਆ, ਉਹਨਾਂ ਨੂੰ ਇਲੈਕਟ ਕੀਤਾ ਜਾਂਦਾ ਆ, ਅਤੇ ਇਹਨਾਂ ਇਲੈਕਟਡ ਮੈਂਬਰ ਨੂੰ 2 ਸਾਲ ਦੇ ਲਈ ਇਲੈਕਟ ਕੀਤਾ ਜਾਂਦਾ, 2 ਸਾਲ ਦਾ ਟੈਨਿਓਰ ਹੁੰਦਾ। ਇੱਕ ਵਾਰ ਬੰਦਾ ਇਲੈਕਟ ਹੋ ਗਿਆ ਕੋਈ ਕੰਟਰੀ, ਦੁਬਾਰਾ ਫਿਰ ਉਹ ਇਲੈਕਟ ਹੋ ਸਕਦੀ ਆ, ਵਾਰ-ਵਾਰ ਇਲੈਕਟ ਹੋ ਸਕਦੀ ਆ, ਠੀਕ। ਨੋਨ ਪਰਮਾਨੈਂਟ ਮੈਂਬਰ ਜਿਹੜੇ ਆ ਇਸ ਵਾਰ ਜਿਹੜੇ ਇਸ ਟਾਈਮ ਹੈਗੇ ਆ ਉਹ ਕਿਹੜੇ ਆ ਜੀ ਸਾਡੇ ਕੋਲ, ਮੇਨ ਅਸੀਂ ਬਾਕੀ ਵੀ ਤੁਸੀਂ ਯਾਦ ਕਰਨੇ ਕਰ ਲਿਓ, ਲੇਕਿਨ ਇੰਡੀਆ ਦਾ ਜ਼ਰੂਰ ਯਾਦ ਰੱਖਣਾ ਕਿ ਇਸ ਵਾਰ ਜਿਹੜਾ ਇੰਡੀਆ ਵੀ ਨੋਨ ਪਰਮਾਨੈਂਟ ਮੈਂਬਰ ਦੀ ਕੈਟੇਗਰੀ 'ਚ ਆਉਂਦਾ ਆ, ਅਤੇ ਇੰਡੀਆ 8ਵੀਂ ਵਾਰ ਇਸ ਵਾਰ ਇਲੈਕਟ ਹੋਇਆ, ਠੀਕ ਆ। ਇੱਕ ਹੋਰ ਇੰਪੋਰਟੈਂਟ ਗੱਲ ਕਿਹੜੀ ਆ, ਫਾਊਂਡਿੰਗ ਫਾਦਰ ਹੈਗਾ UNSC ਦਾ ਇੰਡੀਆ ਵੀ। ਜੇ ਕਿਤੇ ਕੁਐਸਚਨ ਆਉਂਦਾ ਕਿ ਇੰਡੀਆ ਕਿਹਦਾ ਫਾਊਂਡਿੰਗ ਮੈਂਬਰ ਹੈਗਾ, ਹਾਂਜੀ ਇੰਡੀਆ ਨੇ ਮਿਲ ਕੇ ਹੀ ਇਹਨੂੰ ਤਿਆਰ ਕੀਤਾ ਸੀਗਾ UNSC ਨੂੰ, ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ। ਉਹ ਤੋਂ ਬਾਅਦ ਸਾਡੇ ਕੋਲ ਹੈਗਾ ਚੀਫ ਇਲੈਕਸ਼ਨ ਕਮਿਸ਼ਨ, ਸੌਰੀ ਇਕਨੋਮਿਕ ਨਹੀਂ, ਚੀਫ ਇਲੈਕਸ਼ਨ ਕਮਿਸ਼ਨਰ CEC। ਸਾਡੇ ਕੋਲ ਜਿਹੜੇ ਪ੍ਰੈਜ਼ੈਂਟ ਸੀਗੇ ਜੀ ਜਦੋਂ ਦੀ ਨਿਊਜ਼ ਆ ਆਪਾਂ ਉਹਦੀ ਗੱਲ ਕਰਾਂਗੇ, ਸੁਸ਼ੀਲ ਚੰਦਰਾ ਜੀ, ਠੀਕ ਆ, ਇਹ ਸਾਡੇ ਇਲੈਕਸ਼ਨ ਕਮਿਸ਼ਨਰ ਹੁਣ ਵੀ ਇਹੀ ਆ, ਇਹ ਤੋਂ ਪਹਿਲਾਂ ਸੁਨੀਲ ਅਰੋੜਾ ਜੀ, ਹੁਣ ਹੈਗਾ ਸੁਸ਼ੀਲ ਚੰਦਰਾ ਜੀ, ਯਾਦ ਰੱਖਿਓ। ਕਿਤੇ ਵੀ ਕੁਐਸਚਨ ਆ ਗਿਆ ਕਿ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਆ ਇੰਡੀਆ ਦੇ, ਉਹਨਾਂ ਦਾ ਨਾਮ ਹੈਗਾ ਸੁਸ਼ੀਲ ਚੰਦਰਾ। ਇਹਨਾਂ ਨੇ ਸੁਨੀਲ ਅਰੋੜਾ ਜੀ ਨੂੰ ਰਿਪਲੇਸ ਕੀਤਾ, ਜਿਵੇਂ ਮੈਂ ਹੁਣੇ ਦੱਸ ਕੇ ਹਟਿਆ, ਪਹਿਲਾਂ ਸੁਨੀਲ ਅਰੋੜਾ ਜੀ ਹੁੰਦੇ ਸੀਗੇ, ਉਹ ਹਟ ਗਏ, ਉਹਨਾਂ ਦੀ ਰਿਟਾਇਰਮੈਂਟ ਹੋ ਚੁੱਕੀ ਹੈ, ਅਤੇ ਹੁਣ ਦੁਬਾਰਾ ਕੌਣ ਆ ਗਿਆ ਜੀ, ਸੁਸ਼ੀਲ ਚੰਦਰਾ ਜੀ। ਹੁਣ ਵੀ ਅੱਜ ਮੈਂ ਰਿਕਾਰਡਿੰਗ ਕਰ ਰਿਹਾ ਜੀ 14 ਅਗਸਤ ਨੂੰ, ਅਤੇ ਅੱਜ ਵੀ ਇਹੀ ਨੇ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਆਟੋਨਮਸ ਬੋਡੀ ਆ, ਮੀਨਸ ਇਹ ਕੌਂਸਟੀਟਿਊਸ਼ਨ ਬੋਡੀ ਆ। ਇਹਨੂੰ ਕੌਂਸਟੀਟਿਊਸ਼ਨ ਦੇ ਵਿੱਚ ਐਸਟੈਬਲਿਸ਼ ਕਦੋਂ ਕੀਤਾ ਗਿਆ ਸੀਗਾ, 25 ਜਨਵਰੀ 1950 ਦੇ ਵਿੱਚ, ਠੀਕ ਆ। ਅਤੇ 25 ਜਨਵਰੀ ਨੂੰ ਹੋਈ ਨੈਸ਼ਨਲ ਵੋਟਰਸ ਡੇ ਵੀ ਸੈਲੀਬ੍ਰੇਟ ਕਰਦੇ ਆ। ਸਾਨੂੰ ਇੱਕ ਹੋਰ ਚੀਜ਼ ਦਾ ਪਤਾ ਲੱਗ ਗਿਆ, ਇਹਦਾ ਸੈਕਟਰੀਏਟ ਕਿੱਥੇ ਆ, ਸਾਨੂੰ ਨਿਊ ਦਿੱਲੀ ਵਿੱਚ ਇਹਦਾ ਸੈਕਟਰੀਏਟ ਮਿਲੂਗਾ। ਜਿਹੜਾ ਸਾਡੇ ਕੋਲ ਹੈਗਾ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਹ ਹੋਰ ਕਿਹੜੇ ਇਲੈਕਸ਼ਨ ਕਰਵਾਉਂਦਾ, ਇਹ ਇੰਡੀਆ ਦੇ ਵਿੱਚ ਜਿਵੇਂ ਲੋਕ ਸਭਾ ਦੇ ਇਲੈਕਸ਼ਨ ਹੋ ਗਏ, ਰਾਜ ਸਭਾ ਦੇ ਇਲੈਕਸ਼ਨ ਹੋ ਗਏ, ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਇਲੈਕਸ਼ਨ ਹੋ ਗਏ, ਆਫਿਸ ਆਫ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਦੇ ਇਹਨਾਂ ਦੇ ਇਲੈਕਸ਼ਨ ਕਰਵਾਉਂਦਾ। ਜੇ ਮੈਂ ਤੁਹਾਨੂੰ ਸਿੰਪਲੀ ਦੱਸਣ ਦੀ ਕੋਸ਼ਿਸ਼ ਕਰਾਂ ਤਾਂ ਇੰਡੀਆ ਦੇ ਵਿੱਚ ਜਿਹੜੇ MLA ਦੇ ਇਲੈਕਸ਼ਨ ਹੁੰਦੇ ਆ, ਜਿਹੜੇ MP ਦੇ ਇਲੈਕਸ਼ਨ ਹੁੰਦੇ ਆ, ਅਤੇ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਵੀ ਇਲੈਕਸ਼ਨ ਹੁੰਦੇ ਆ, ਉਹਨੂੰ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਹੀ ਕਰਵਾਊਗਾ। ਅਤੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਹੁੰਦਾ, ਜਿਵੇਂ ਆਪਾਂ ਕਹਿ ਦਈਏ ਪਿੰਡਾਂ ਵਿੱਚ ਪੰਚਾਇਤਾਂ ਦੇ ਇਲੈਕਸ਼ਨ ਹੁੰਦੇ ਆ ਅਤੇ ਸ਼ਹਿਰਾਂ ਵਿੱਚ ਮਿਊਨਿਸਪੈਲਿਟੀਜ਼ ਦੇ ਇਲੈਕਸ਼ਨ ਹੁੰਦੇ ਆ, ਉਹਨੂੰ ਕੰਡਕਟ ਕਰਵਾਉਣ ਦੇ ਲਈ ਸਾਡੇ ਕੋਲ ਸਟੇਟ ਇਲੈਕਸ਼ਨ ਕਮਿਸ਼ਨ ਦੀ ਬੋਡੀ ਹੈ। ਇਹਦੇ ਰਿਲੇਟਡ ਇਹ ਆਰਟੀਕਲਸ ਆ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਰਿਲੇਟਡ, ਉਹ ਹੈਗਾ ਸਾਡੇ ਕੋਲ 324 ਤੋਂ ਲੈ ਕੇ 329 ਤੱਕ, ਭਾਗ ਜਿਹਨੂੰ ਅਸੀਂ ਕਹਿੰਦੇ 15 ਦੇ ਵਿੱਚੋਂ ਦਾ। ਜਿਹੜੀਆਂ ਚੀਜ਼ਾਂ ਮੈਂ ਹਾਈਲਾਈਟ ਕੀਤੀਆਂ ਇਹਨਾਂ ਨੂੰ ਯਾਦ ਕਰ ਲਿਓ, ਐਗਜ਼ਾਮ ਦੇ ਵਿੱਚ ਇਹਨਾਂ ਵਿੱਚੋਂ ਕੁਐਸਚਨ ਬਣ ਜਾਂਦਾ ਹੁੰਦਾ, ਠੀਕ ਆ। ਜਿਹੜੀ ਸਭ ਤੋਂ ਵਧੀਆ ਪਾਵਰ ਮੈਂ ਕਹਿ ਸਕਦਾ, ਵੱਡੀ ਪਾਵਰ ਆ ਸਾਡੇ ਕੋਲ, ਸਾਡੇ ਇਲੈਕਸ਼ਨ ਕਮਿਸ਼ਨ ਕੋਲੇ, ਉਹ ਆਰਟੀਕਲ 324 ਤੋਂ ਆਉਂਦੀ ਆ, ਇਹ ਵੀ ਤੁਸੀਂ ਯਾਦ ਰੱਖਣਾ। ਸਟਰਕਚਰ ਸਾਡੇ ਕੋਲ ਕੀ ਹੈ ਜੀ, ਇਸ ਟਾਈਮ 'ਤੇ ਸਾਡੇ ਕੋਲ 3 ਮੈਂਬਰੀ ਬੋਡੀ ਆ, ਇਹ 3 ਮੈਂਬਰੀ ਬੋਡੀ ਆ ਸਾਡੇ ਕੋਲ ਇਸ ਟਾਈਮ 'ਤੇ। ਕੀ ਹੈ ਜੀ, ਸਭ ਤੋਂ ਪਹਿਲਾਂ ਜਿਹੜਾ ਇੱਕ ਸਿੰਗਲ ਇਲੈਕਸ਼ਨ ਕਮਿਸ਼ਨ ਹੁੰਦਾ ਸੀਗਾ, ਲੇਕਿਨ ਹੁਣ ਸਾਡੇ ਕੋਲ 3 ਮੈਂਬਰ ਆ, ਜਿਹਨੂੰ ਅਸੀਂ ਮਲਟੀ ਮੈਂਬਰ ਬੋਡੀ ਕਹਿ ਦਿੰਦੇ ਆ। ਇਹ ਮਲਟੀ ਮੈਂਬਰ ਬੋਡੀ ਸਾਡੇ ਕੋਲੇ 1989 ਦੇ ਵਿੱਚ ਆਈ ਸੀਗੀ, 1989 ਦੇ ਵਿੱਚ, ਜਦੋਂ ਕਿ ਇੱਕ ਐਕਟ ਆਇਆ ਸੀਗਾ ਇਲੈਕਸ਼ਨ ਕਮਿਸ਼ਨਰ ਅਮੈਂਡਮੈਂਟ ਐਕਟ, ਠੀਕ ਆ ਜੀ। ਚਲੋ ਇੱਕ ਹੋਰ ਇੰਪੋਰਟੈਂਟ ਗੱਲ ਅਸੀਂ ਯਾਦ ਰੱਖਣੀ ਆ ਕਿ ਜਿਹੜਾ ਇਹਨਾਂ ਦਾ ਟੈਨਿਓਰ ਹੁੰਦਾ ਉਹ 6 ਸਾਲ ਦਾ ਜਾਂ ਫਿਰ 65 ਸਾਲ ਦੀ ਉਮਰ ਤੱਕ, ਜਿਹੜਾ ਵੀ ਇਹਨਾਂ ਨੂੰ ਪਹਿਲਾਂ ਹੋ ਗਿਆ ਉਹ ਕੰਪਲੀਟ ਕਰ ਲੂਗਾ ਉਹਦਾ ਟੈਨਿਓਰ। ਨੈਕਸਟ ਨਿਊਜ਼ ਸਾਡੇ ਕੋਲ ਹੈਗੀ ਆ ਸੈਂਟਰਲ ਵਿਜੀਲੈਂਸ ਕਮਿਸ਼ਨ ਦੇ ਬਾਰੇ, CVC। ਇਹਦੇ ਰਿਲੇਟਡ ਕੋਈ ਨਵੀਆਂ ਗਾਈਡਲਾਈਨਸ ਆਈਆਂ ਆ, ਅਤੇ ਉਹ ਕੀ ਗਾਈਡਲਾਈਨਸ ਆ ਸਾਡੇ ਲਈ ਇੰਨਾ ਇੰਪੋਰਟੈਂਟ ਨਹੀਂ ਹੈਗਾ, ਅਸੀਂ ਬਸ ਇੰਨਾ ਕੁ ਦੇਖਾਂਗੇ ਕਿ ਨਵੀਆਂ ਗਾਈਡਲਾਈਨਸ ਆਈਆਂ। ਕੁਐਸਚਨ ਬਣਨ ਦੇ ਚਾਂਸਿਸ ਕਿੱਥੋਂ ਆ, ਜਿਹੜਾ ਮੈਂ ਤੁਹਾਨੂੰ ਹੁਣ ਕਰਵਾਊਂਗਾ ਜੀ, ਠੀਕ ਆ। ਕੁਐਸਚਨ ਬਣ ਸਕਦਾ ਕਿ ਜਿਹੜੀ ਇਹ CVC ਹੈ ਕਿੱਦਾਂ ਦੀ ਬੋਡੀ ਆ, ਇਹ ਇਸ ਟਾਈਮ 'ਤੇ ਸਾਡੇ ਕੋਲ ਇੱਕ ਸਟੈਚੂਟਰੀ ਬੋਡੀ ਆ। ਸਟੈਚੂਟਰੀ ਮੀਨਸ ਇਹਨੂੰ ਐਕਟ ਦੇ ਅੰਡਰ ਬਣਾਏਗਾ, ਲੇਕਿਨ ਜਦੋਂ ਇਹ ਬੋਡੀ ਬਣੀ ਸੀਗੀ 1964 ਦੇ ਵਿੱਚ, ਉਦੋਂ ਇਹ ਇੱਕ ਐਗਜ਼ੀਕਿਊਟਿਵ ਬੋਡੀ ਸੀਗੀ। ਐਗਜ਼ੀਕਿਊਟਿਵ ਮੀਨਸ ਇਹਨੂੰ ਬਣਾਇਆ ਗਿਆ ਸੀਗਾ ਜੀ ਸਰਕਾਰ ਦੇ ਆਰਡਰ ਦੇ ਦੁਆਰਾ। ਇਹਦੀ ਰਿਕਮੈਂਡੇਸ਼ਨ ਦਿੱਤੀ ਸੀਗੀ ਕਿ ਸੰਥਾਨਮ ਕਮੇਟੀ ਨੇ, ਉਹਨਾਂ ਨੂੰ ਲੱਗਾ, ਉਹਨਾਂ ਨੇ ਕਮੇਟੀ ਬਿਠਾਈ ਸੀਗੀ ਕਿ ਸਾਨੂੰ ਲੋੜ ਹੈਗੀ ਆ ਇੱਕ ਇੱਦਾਂ ਦੇ ਕਮਿਸ਼ਨ ਦੀ ਜਿਹੜਾ ਕਿ ਕਰਪਸ਼ਨ ਦੇ ਰਿਲੇਟਡ ਦੇਖੇ, ਤਾਂ ਕਰਕੇ ਇਹਨੂੰ ਉਦੋਂ ਬਣਾਇਆ ਗਿਆ ਸੀਗਾ। ਉਸ ਟਾਈਮ 'ਤੇ ਇਹ ਇੱਕ ਐਗਜ਼ੀਕਿਊਟਿਵ ਬੋਡੀ ਸੀਗੀ, ਮੀਨਸ ਸਰਕਾਰ ਨੇ ਆਪਦੇ ਪਾਵਰ ਦਾ ਯੂਜ਼ ਕਰਕੇ ਇਹਨੂੰ ਬਣਾਇਆ ਸੀਗਾ। ਲੇਕਿਨ 2003 ਦੇ ਵਿੱਚ ਇੱਕ ਐਕਟ ਆਉਂਦਾ ਜਿਹਦਾ ਨਾਮ ਸੀਗਾ CVC ਐਕਟ, ਜਾਂ ਅਸੀਂ ਕਹਦੇ ਸੈਂਟਰਲ ਵਿਜੀਲੈਂਸ ਕਮਿਸ਼ਨ ਐਕਟ। ਇਸ ਐਕਟ ਦੇ ਵਿੱਚ ਇਹਨੂੰ ਪਾਵਰ ਮਿਲ ਗਈ ਸੀਗੀ ਕੌਂਸਟੀਟਿਊਸ਼ਨ ਅਥਾਰਟੀ, ਮੀਨਸ ਕਾਨੂੰਨੀ ਤੌਰ 'ਤੇ ਇਹ ਬੋਡੀ ਬਣ ਗਈ ਸੀਗੀ। ਇੱਕ ਇੰਡੀਪੈਂਡੈਂਟ ਬੋਡੀ ਆ, ਅਤੇ ਇਹ ਜੇ ਰਿਸਪੋਂਸੀਬਲ ਕਿਹਦੇ ਲਈ ਆ, ਪਾਰਲੀਮੈਂਟ ਦੇ ਲਈ ਰਿਸਪੋਂਸੀਬਲ ਆ, ਠੀਕ ਆ। ਇਹ ਆਪਣੀ ਰਿਪੋਰਟ ਕਿਹਨੂੰ ਸਬਮਿਟ ਕਰਦੀ ਹੈ ਜੀ, ਆਪਣੀ ਰਿਪੋਰਟ ਸਬਮਿਟ ਕਰੂਗੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ। ਇੱਕ ਮਲਟੀ ਮੈਂਬਰ ਬੋਡੀ ਆ, ਇਹਦੇ ਵਿੱਚ ਇੱਕ ਚੀਫ ਇਲੈਕਸ਼ਨ ਕਮਿਸ਼ਨਰ ਹੋਊਗਾ, ਚੀਫ ਇਲੈਕਸ਼ਨ ਵਿਜੀਲੈਂਸ ਕਮਿਸ਼ਨਰ ਹੋਊਗਾ, ਚੀਫ ਵਿਜੀਲੈਂਸ ਕਮਿਸ਼ਨਰ, ਨਾਟ ਇਲੈਕਸ਼ਨ, ਚੀਫ ਵਿਜੀਲੈਂਸ ਕਮਿਸ਼ਨਰ ਹੋਊਗਾ, ਅਤੇ ਬਾਕੀ 2 ਹੋਰ ਵਿਜੀਲੈਂਸ ਕਮਿਸ਼ਨਰ ਹੋਣਗੇ। ਸਾਰੇ ਪ੍ਰੈਜ਼ੀਡੈਂਟ ਦੇ ਦੁਆਰਾ ਅਪਾਇੰਟ ਕੀਤੇ ਜਾਂਦੇ ਆ, ਉਹ ਵੀ ਰਿਕਮੈਂਡੇਸ਼ਨ 'ਤੇ। ਇੱਕ ਰਿਕਮੈਂਡੇਸ਼ਨ ਕੌਣ ਦਊਗੀ, ਕਮੇਟੀ ਦਊਗੀ, ਜਿਸ ਕਮੇਟੀ ਦੇ ਵਿੱਚ ਪ੍ਰਧਾਨ ਮੰਤਰੀ ਹੋਣਗੇ, ਉਹਨਾਂ ਦੇ ਨਾਲ ਯੂਨੀਅਨ ਹੋਮ ਮਿਨਿਸਟਰ ਹੋਣਗੇ,
ਤੇ ਆਪੋਜੀਸ਼ਨ ਦੇ ਲੀਡਰ ਵੀ ਹੋਣਗੇ ਜਿਹੜੇ ਲੋਕ ਸਭਾ ਦੇ ਹੋਣਗੇ। ਠੀਕ ਆ, ਇਹ ਵੀ ਯਾਦ ਰੱਖਣਾ ਕਿ ਜਿਹੜੀ ਰਿਕਮੈਂਡੇਸ਼ਨ ਦੇਣ ਵਾਲੀ ਕਮੇਟੀ ਆ ਉਹਦੇ ਕੌਣ ਕੌਣ ਮੈਂਬਰ ਹੁੰਦੇ ਆ, ਇੱਥੋਂ ਵੀ ਕੁਐਸਚਨ ਬਣ ਜਾਂਦਾ ਹੁੰਦਾ। ਤੇ CBC ਦੇ ਜਿਹੜਾ ਟੈਨਿਓਰ ਹੁੰਦਾ 4 ਸਾਲ ਦਾ ਜਾਂ ਫਿਰ 65 ਸਾਲ ਦੀ ਉਮਰ ਤੱਕ ਉਹ ਆਪਦੇ ਪੋਸਟ ਤੇ ਰਹਿ ਸਕਦੇ ਆ ਜੀ। ਨੈਕਸਟ ਸਾਡੇ ਕੋਲ ਹੈਗਾ ਚਨਾਬ ਬ੍ਰਿਜ। ਚਨਾਬ ਬ੍ਰਿਜ ਇੰਡੀਅਨ ਰੇਲਵੇ ਨੇ ਇੱਕ ਬੜਾ ਹੀ ਬ੍ਰਿਜ ਬਣਾਇਆ ਵੱਡਾ ਚਨਾਬ ਰਿਵਰ ਤੇ, ਵਰਲਡ ਦਾ ਸਭ ਤੋਂ ਹਾਈਐਸਟ ਬ੍ਰਿਜ ਆ, ਤੁਹਾਨੂੰ ਮੈਂ ਪਿਕਚਰ ਦਿਖਾ ਦਿੰਦਾ ਇਹ ਰਿਹਾ ਜੀ। ਕਿਤੇ ਵੀ ਕੁਐਸਚਨ ਆ ਗਿਆ ਕਿ ਇੰਡੀਆ ਦਾ ਜਾਂ ਵਰਲਡ ਦਾ ਸਭ ਤੋਂ ਹਾਈਐਸਟ ਬ੍ਰਿਜ ਕਿਹੜੀ ਰਿਵਰ ਤੇ ਆ, ਉਹ ਹੈਗਾ ਜੀ ਚਨਾਬ ਰਿਵਰ ਤੇ, ਵਰਲਡ ਦਾ ਹਾਈਐਸਟ ਬ੍ਰਿਜ। USBRL ਪ੍ਰੋਜੈਕਟ ਹੈ ਜਿਹਦੀ ਫੁੱਲ ਫਾਰਮ ਹੈਗੀ ਜੀ ਉਧਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ। ਇਸ ਰੇਲ ਲਿੰਕ ਪ੍ਰੋਜੈਕਟ ਦਾ ਇਹ ਪਾਰਟ ਆ, ਇਹ ਵੀ ਯਾਦ ਰੱਖਿਓ, ਕਈ ਵਾਰੀ ਕੁਐਸਚਨ ਵਿੱਚ ਦਾ ਵੀ ਬਣ ਜਾਂਦਾ ਹੁੰਦਾ। ਬਾਕੀ ਚੀਜ਼ਾਂ ਨਹੀਂ। ਇਹਦੀ ਹਾਈਟ ਯਾਦ ਕਰ ਲਿਓ 359 ਮੀਟਰਸ ਇਹਦੀ ਹਾਈਟ ਆ, 359। ਠੀਕ ਹੈ। ਨੈਕਸਟ ਸਾਡੇ ਕੋਲ ਬੋਡੀ ਹੈਗੀ ਆ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ CBC। ਇਹਦੇ ਬਾਰੇ ਇੰਪੋਰਟੈਂਟ 2-3 ਗੱਲਾਂ ਦੱਸ ਦੇਣਾ। CBC ਵੀ 1963 ਦੇ ਵਿੱਚ ਬਣਾਈ ਗਈ ਆ ਤੇ ਉਸ ਟਾਈਮ ਤੇ ਇਹ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੀ ਸੀਗੀ। ਇਸ ਨੂੰ ਸਰਕਾਰ ਨੇ ਆਪਦੀ ਪਾਵਰ ਯੂਜ਼ ਕਰਕੇ ਬਣਾਇਆ, ਮੀਨਸ ਇੱਕ ਨੋਟੀਫਿਕੇਸ਼ਨ ਦੇ ਦੁਆਰਾ ਬਣੀ ਆ, ਜਿਹਨੂੰ ਅਸੀਂ ਕੀ ਕਹਾਂਗੇ ਜੀ ਐਗਜ਼ੀਕਿਊਟਿਵ ਬੋਡੀ। ਲੇਕਿਨ ਜੇ ਮੈਂ ਅੱਜ ਦੀ ਗੱਲ ਕਰਾਂ, ਅੱਜ ਇਹ ਸਾਡੇ ਕੋਲ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸਿਸ ਐਂਡ ਪੈਨਸ਼ਨ ਦੇ ਅੰਡਰ ਆਉਂਦੀ ਹੈ। ਸਭ ਤੋਂ ਇੰਪੋਰਟੈਂਟ ਗੱਲ ਇਹਦੀ ਮਿਨਿਸਟਰੀ ਯਾਦ ਰੱਖਿਓ। ਹਰੇਕ ਸਟੂਡੈਂਟ ਨੂੰ ਇਹ ਭੁਲੇਖਾ ਹੁੰਦਾ ਕਿ ਸ਼ਾਇਦ ਇਹ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੋਊਗੀ, ਨਹੀਂ ਜੀ, ਹੋਮ ਮਿਨਿਸਟਰੀ ਦੇ ਅੰਡਰ ਨਹੀਂ ਆਉਂਦੀ, ਇਹ ਆਉਂਦੀ ਆ ਪਰਸਨਲ ਪਬਲਿਕ ਗ੍ਰੀਵੈਂਸਿਸ ਪੈਨਸ਼ਨ ਜਿਹੜੀ ਮਿਨਿਸਟਰੀ ਉਹਦੇ ਅੰਡਰ ਆਉਂਦੀ ਹੈ। ਸੰਥਾਰਾਮ ਕਮੇਟੀ ਨੇ ਦੀ ਰਿਕਮੈਂਡੇਸ਼ਨ ਦਿੱਤੀ ਸੀਗੀ, ਇਹ ਵੀ ਯਾਦ ਰੱਖਣਾ ਆਪਾਂ। ਠੀਕ ਆ, ਤੇ ਇੱਕ ਸਟੈਚੂਟਰੀ ਬੋਡੀ ਨਹੀਂ ਹੈਗੀ, ਜਿਵੇਂ ਪਹਿਲਾਂ ਵੀ ਦੱਸ ਚੁੱਕਿਆ, ਇੱਕ ਐਗਜ਼ੀਕਿਊਟਿਵ ਬੋਡੀ ਆ। ਤੇ ਹੋਰ ਇੱਕ ਇੰਪੋਰਟੈਂਟ ਗੱਲ ਕੀ ਆ, ਇਹ ਆਪਦੀ ਜਿਹੜੀ ਪਾਵਰ ਲੈਂਦੀ ਆ ਉਹ ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਤੋਂ ਲੈਂਦੀ ਆ ਆਪਦੀ ਪਾਵਰ। ਨੈਕਸਟ ਹੈ ਸਾਡੇ ਕੋਲ ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ ਸਿਸਟਮ, ਜਿਹਦੀ ਸ਼ਾਰਟ ਫਾਰਮ ਹੈਗੀ ਥਾਡ, THAAD ਥਾਡ। 2-3 ਗੱਲਾਂ ਦੱਸੂਗਾ, ਨੋਟ ਕਰ ਲਿਓ। ਇੱਕ ਤਾਂ ਇਹ ਅਮਰੀਕਾ ਦਾ ਸਿਸਟਮ ਆ ਜੀ। ਕਿਹੜੀ ਕੰਟਰੀ ਦਾ ਸਿਸਟਮ ਆ? ਅਮਰੀਕਾ। ਕੀ ਕਰਦਾ ਹੈ? ਐਂਟੀ ਬਲਿਸਟਿਕ ਮਿਜ਼ਾਈਲ ਤੋਂ ਸੇਵ ਕਰਦਾ, ਮੀਨਸ ਡਿਫੈਂਸ ਸਿਸਟਮ ਆ। 2 ਗੱਲਾਂ ਯਾਦ ਹੋ ਗਈਆਂ ਜੀ, ਅਮਰੀਕਾ ਦਾ ਤੇ ਇੱਕ ਡਿਫੈਂਸ ਸਿਸਟਮ ਆ। ਬਸ ਇਹ 2-3 ਗੱਲਾਂ ਯਾਦ ਰੱਖਿਓ, ਇੰਨਾ ਹੀ ਬਹੁਤ ਆ। ਬਾਕੀ ਮੈਂ ਫੰਕਸ਼ਨਿੰਗ ਸਮਝਾ ਦੇਣਾ, ਦੀ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ ਥਾਡ ਦੀ। ਕੀ ਆ ਜੀ, ਇੱਕ ਵਾਰ ਫੁੱਲ ਫਾਰਮ ਫਿਰ ਦੇਖ ਲਓ, ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ ਸਿਸਟਮ। ਫਿਰ ਸਾਡੇ ਕੋਲ ਹੈਗਾ ਸਿਸਟਮ ਇਹਦਾ, ਇੱਕ ਰਡਾਰ ਇੱਦਾਂ ਹੁੰਦੀ ਆ, ਕੋਈ ਵੀ ਮਿਜ਼ਾਈਲ ਆਊਗੀ ਇਹਨੇ ਡਿਟੈਕਟ ਕਰ ਲੈਣੀ ਆ, ਉਹਨੇ ਅੱਗੇ ਜਿਹੜਾ ਆਪਣਾ ਸਿਸਟਮ ਹੈ ਉਹਨੂੰ ਨੋਟੀਫਿਕੇਸ਼ਨ ਭੇਜਣੀ ਆ। ਇਸ ਨੋਟੀਫਿਕੇਸ਼ਨ ਜਦੋਂ ਇਹਨੇ ਰੀਡ ਕਰ ਲਈ, ਇਹਨੇ ਅੱਗੇ ਕਮਾਂਡ ਦੇ ਦੇਣੀ ਆ ਲਾਂਚਿੰਗ ਵਹੀਕਲ ਨੂੰ। ਇੱਥੋਂ ਫਿਰ ਇੱਕ ਮਿਜ਼ਾਈਲ ਲਾਂਚ ਹੋਊਗੀ, ਜਿਹੜੀ ਕਿ ਅਸਮਾਨ ਦੇ ਵਿੱਚ ਜਾ ਕੇ ਜੋ ਸਾਡੇ 'ਤੇ ਅਟੈਕ ਕਰ ਰਹੀ ਹੈ ਮਿਜ਼ਾਈਲ, ਉਹਨੂੰ ਡਿਸਟਰੋਏ ਕਰ ਦੂਗੀ। ਤਾਂ ਇਸ ਤਰ੍ਹਾਂ ਇਹਨੂੰ ਡਿਫੈਂਸ 'ਚ ਆਪਾਂ ਡਿਫੈਂਸ ਦੇ ਵਿੱਚ ਲਈ ਯੂਜ਼ ਕਰ ਸਕਦੇ ਹਾਂ। ਫਿਰ ਸਾਡੇ ਕੋਲ ਹੈਗਾ ਨਬਾਰਡ। ਨਬਾਰਡ ਦੀ ਫੁੱਲ ਫਾਰਮ ਹੈਗੀ ਆ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਸਭ ਤੋਂ ਪਹਿਲਾਂ ਫੁੱਲ ਫਾਰਮ ਯਾਦ ਰੱਖਿਓ। ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਇਸ ਵਾਰ ਇਹਦੇ ਵਿੱਚ ਗਰੋਥ ਰੇਟ ਅਸੀਂ ਕਾਊਂਟ ਕੀਤੀ ਆ 23.5%, ਮੀਨਸ ਚੰਗੀ ਗਰੋਥ ਰੇਟ ਹੋਈ ਆ। ਥੋੜ੍ਹਾ ਜਿਹਾ ਨਬਾਰਡ ਬਾਰੇ ਦੇਖ ਲਈਏ। ਨਬਾਰਡ ਜਦੋਂ ਬਣਾਈ ਗਈ ਆ ਉਹ 12 ਜੁਲਾਈ 1982 ਦੇ ਵਿੱਚ ਇਹ ਬਣੀ ਸੀਗੀ। ਹੁਣ ਇਹ ਸਟੈਚੂਟਰੀ ਬੋਡੀ ਆ, ਮੀਨਸ ਐਕਟ ਦੇ ਅੰਡਰ ਬਣਾਈ ਗਈ ਹੈ, ਅਤੇ ਇਸ ਐਕਟ ਦਾ ਨਾਮ ਕੀ ਆ? ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਐਕਟ 1981। ਇਸ ਕਾਨੂੰਨ ਦੇ ਅੰਡਰ ਬਣੀ ਆ। ਰੋਲ ਇਹਦਾ ਕੀ ਆ? ਇੱਕ ਡਿਵੈਲਪਮੈਂਟਲ ਬੈਂਕ ਆ, ਮੀਨਸ ਇਹਨੇ ਡਿਵੈਲਪਮੈਂਟ ਕਰਨੀ ਆ। ਅਤੇ ਕਿਹੜੇ ਸੈਕਟਰ 'ਚ ਡਿਵੈਲਪਮੈਂਟ ਕਰੂਗੀ? ਰੂਰਲ ਸੈਕਟਰ ਦੇ ਵਿੱਚ, ਪੇਂਡੂ ਏਰੀਆ ਦੇ ਵਿੱਚ। ਇੱਕ ਅਪੈਕਸ ਬੈਂਕਿੰਗ ਇੰਸਟਰੂਮੈਂਟ ਆ, ਮੀਨਸ ਸਭ ਤੋਂ ਵੱਡਾ ਇਹ ਬੈਂਕਿੰਗ ਇੰਸਟਰੂਮੈਂਟ ਆ। ਕਿਹਦੇ ਲਈ ਹੈ ਜੀ? ਐਗਰੀਕਲਚਰ ਅਤੇ ਰੂਰਲ ਡਿਵੈਲਪਮੈਂਟ ਦੇ ਲਈ। ਮੀਨਸ ਐਗਰੀਕਲਚਰ ਖੇਤੀਬਾੜੀ ਜਾਂ ਰੂਰਲ ਪੇਂਡੂ ਸਿਹਤ ਪੇਂਡੂ ਵਿਕਾਸ ਕਿਸੇ ਤਰ੍ਹਾਂ ਦਾ ਹੋਣਾ ਹੈ, ਉਸ ਦਾ ਪੈਸਾ ਕਿੱਥੋਂ ਆਊਗਾ? ਸਾਨੂੰ ਨਬਾਰਡ ਬੈਂਕ ਦੇ ਵਿੱਚੋਂ ਮਿਲਦਾ। ਹਾਂ, ਇੱਕ ਗੱਲ ਯਾਦ ਰੱਖਿਓ, ਕੋਈ ਵੀ ਆਮ ਫਾਰਮਰ ਜਾਂ ਆਮ ਇਨਸਾਨ ਸਿੱਧਾ ਜਾ ਕੇ ਨਬਾਰਡ ਦੇ ਵਿੱਚੋਂ ਲੋਨ ਨਹੀਂ ਲੈ ਸਕਦਾ। ਇੱਕ ਰੀਫਾਈਨੈਂਸਿੰਗ ਬੋਡੀ ਆ। ਰੀਫਾਈਨੈਂਸਿੰਗ ਇੰਸਟੀਟਿਊਸ਼ਨ ਮੀਨਸ ਵੱਡੀਆਂ ਫਰਮਾਂ ਜਾਂ ਵੱਡੀਆਂ ਬੈਂਕਾਂ ਇਹਨਾਂ ਤੋਂ ਲੋਨ ਲੈ ਸਕਦੀਆਂ, ਜਿਵੇਂ ਸਰਕਾਰ ਹੋਊਗੀ ਜਾਂ ਕੋਈ ਵੱਡੀ ਕੰਪਨੀ ਹੋਊਗੀ, ਉਹ ਇਹ ਤੋਂ ਲੋਨ ਲੈ ਸਕਦੀ ਹੈ। ਡਾਇਰੈਕਟਲੀ ਕੋਈ ਇਨਸਾਨ ਜਾ ਕੇ ਲੋਨ ਨਹੀਂ ਲੈ ਸਕਦਾ। ਠੀਕ ਹੈ, ਇੰਨਾ ਯਾਦ ਰੱਖਿਓ। ਅਤੇ ਇੱਕ ਹੋਰ ਇੰਪੋਰਟੈਂਟ ਗੱਲ ਇਹ ਯਾਦ ਰੱਖਣੀ ਆ ਕਿ ਇਸ ਟਾਈਮ 'ਤੇ ਜਿਹੜੀ ਨਬਾਰਡ ਆ ਉਹ ਸਰਕਾਰ ਦੇ ਅੰਡਰ ਆ, ਸੈਂਟਰ ਗੌਰਮੈਂਟ ਦੇ ਅੰਡਰ ਆ। ਇੰਨਾ ਯਾਦ ਰੱਖਿਓ। ਨੈਕਸਟ ਸਾਡੇ ਕੋਲ ਹੈਗੀ ਨਿਊਜ਼ ਮੋਨੀਟਰੀ ਪੋਲਿਸੀ ਰਿਪੋਰਟ। ਮੋਨੀਟਰੀ ਪੋਲਿਸੀ ਰਿਪੋਰਟ ਸਭ ਤੋਂ ਇੰਪੋਰਟੈਂਟ ਗੱਲ, ਇਹਨੂੰ ਕੌਣ ਪਬਲਿਸ਼ ਕਰਦਾ, ਰਿਲੀਜ਼ ਕੌਣ ਕਰਦਾ? ਰਿਜ਼ਰਵ ਬੈਂਕ ਆਫ ਇੰਡੀਆ, RBI। ਠੀਕ ਹੈ ਜੀ। ਉਦੋਂ ਬਾਅਦ ਇਹਨਾਂ ਨੇ ਦੱਸਿਆ ਕਿ ਰੈਪੋ ਰੇਟ ਚੇਂਜ ਨਹੀਂ ਹੋਇਆ। ਇਹਨਾਂ ਦੀ ਫੁੱਲ ਫਾਰਮਸ ਕਈ ਵਾਰ ਪੁੱਛ ਲੈਂਦੇ ਆ, ਜਿਵੇਂ ਰੈਪੋ ਰੇਟ, ਰਿਵਰਸ ਰੈਪੋ ਰੇਟ, ਮਾਰਜਨਲ ਸਟੈਂਡਿੰਗ ਫੈਸਿਲਿਟੀ ਤੋਂ MSF ਤੁਹਾਨੂੰ ਪਾ ਦੇਣਗੇ, ਕਹਿਣਗੇ ਫੁੱਲ ਫਾਰਮ ਕੀ ਆ। ਫਿਰ ਬੈਂਕ ਰੇਟ ਹੋ ਗਿਆ, ਇਹ ਚੇਂਜ ਨਹੀਂ ਹੋਏ, ਇਕਨੋਮੀ ਦਾ ਪਾਰਟ ਆ, ਅਸੀਂ ਨਹੀਂ ਦੇਖਾਂਗੇ। ਹਾਂ, ਲੇਕਿਨ ਸਾਡੇ ਕੋਲ ਹੈਗਾ ਜੀ ਕੰਜ਼ਿਊਮਰ ਪ੍ਰਾਈਸ ਇੰਡੈਕਸ। ਨੈਕਸਟ ਸਾਡੇ ਕੋਲ ਹੈਗਾ ਕੰਜ਼ਿਊਮਰ ਪ੍ਰਾਈਸ ਇੰਡੈਕਸ। ਕੰਜ਼ਿਊਮਰ ਪ੍ਰਾਈਸ ਇੰਡੈਕਸ ਕੀ ਕਰਦਾ? ਇਹਨੇ ਇਹ ਚੈੱਕ ਕਰਨਾ ਹੁੰਦਾ ਕਿ ਜਿਹੜਾ ਮਹਿੰਗਾਈ ਉਹ ਕਿੰਨੀ ਵੱਧ ਰਹੀ ਆ।
ਸਾਨੂੰ ਪਤਾ ਮਹਿੰਗਾਈ ਕਾਫੀ ਵੱਧ ਰਹੀ ਆ। ਨੋਟ ਕਰ ਲਿਓ, CPI ਐਗਜ਼ਾਮ 'ਚ ਪੁੱਛ ਸਕਦੇ ਆ, CPI ਦੀ ਫੁੱਲ ਫਾਰਮ ਉੱਥੇ ਲਿਖਿਆ ਹੋਊਗਾ ਕੰਜ਼ਿਊਮਰ ਪ੍ਰਾਈਸ ਇੰਡੈਕਸ, ਠੀਕ ਆ। ਇੱਕ ਹੋਰ ਸਾਡੇ ਕੋਲ ਹੁੰਦਾ ਜੀ WPI, ਹੋ ਸਕਦਾ ਐਗਜ਼ਾਮ ਵਿੱਚ ਆ ਜਾਏ। WPI ਦੀ ਫੁੱਲ ਫਾਰਮ ਕੀ ਆ? WPI ਦੀ ਫੁੱਲ ਫਾਰਮ ਹੈਗੀ ਜੀ ਹੋਲਸੇਲ ਪ੍ਰਾਈਸ ਇੰਡੈਕਸ। ਇੱਕ ਡਿਫਰੈਂਟ ਜੀ ਗੱਲ ਆ, ਨੋਟ ਕਰ ਲਿਓ ਪਲੀਜ਼। CPI ਕਾਊਂਟ ਕਰਦਾ ਗੁੱਡਸ ਤੇ ਸਰਵਿਸਿਜ਼, ਮੀਨਜ਼ ਸੇਵਾਵਾਂ ਤੇ ਵਸਤਾਂ ਦੀ ਮਹਿੰਗਾਈ ਨੂੰ, ਗੁੱਡਸ ਤੇ ਸਰਵਿਸਿਜ਼। ਲੇਕਿਨ ਜਿਹੜਾ WPI ਆ ਉਹ ਯੂਜ਼ ਕੀਤਾ ਜਾਂਦਾ ਓਨਲੀ ਫॉर ਦਾ ਗੁੱਡਸ, ਮੀਨਜ਼ ਉਹ ਇਕੱਲੀਆਂ ਵਸਤਾਂ ਦੀ ਮਹਿੰਗਾਈ ਚੈੱਕ ਕਰੂਗਾ, ਸੇਵਾਵਾਂ ਦੀ ਉਹ ਮਹਿੰਗਾਈ ਨਹੀਂ ਚੈੱਕ ਕਰੂਗਾ। ਇਹ ਦੋ ਤਿੰਨ ਗੱਲਾਂ ਸੀ ਇਹਦੇ ਬਾਰੇ ਨੋਟ ਕਰ ਲਈਆਂ ਹੋਣਗੀਆਂ, ਮੈਨੂੰ ਉਮੀਦ ਆ। ਅੱਗੇ ਚੱਲਦੇ ਹਾਂ ਜੀ। ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਨੂੰ ਪਲੀਜ਼ ਨਾਟੋ ਵਿੱਚ ਸ਼ਾਮਲ ਕਰ ਲਓ। ਹੁਣ ਨਾਟੋ ਕੀ ਆ, ਠੀਕ ਆ। ਜੇ ਤੁਸੀਂ ਪਟਵਾਰੀ ਦਾ ਪੇਪਰ ਪੜ੍ਹਿਆ ਹੋਊਗਾ, ਕਿਉਂਕਿ ਇਹ ਕਰੰਟ ਅਫੇਅਰ ਮੈਂ ਪਹਿਲਾਂ ਦੇ ਤਿਆਰ ਕੀਤੇ ਹੋਇਆ, ਅਤੇ ਜੇ ਤੁਸੀਂ ਪਟਵਾਰੀ ਦਾ ਪੇਪਰ ਦਿੱਤਾ ਹੋਊਗਾ ਜਾਂ ਕਿਸੇ ਨੇ ਪੇਪਰ ਦੇਖਿਆ ਹੋਊਗਾ, ਉਹਦੇ ਵਿੱਚ ਇਹਦੀ ਫੁੱਲ ਫਾਰਮ ਪੁੱਛਿਆ ਸੀਗਾ ਕਿਹੜੀ ਇਹ ਅਲਾਇੰਸ ਆ। ਅਤੇ ਆਹ ਦੇਖੋ ਮੈਂ ਹਾਈਲਾਈਟ ਕੀਤਾ ਹੋਗਾ ਮਿਲਟਰੀ ਅਲਾਇੰਸ। ਅਤੇ ਮੈਂ ਕਹਿ ਰਿਹਾ ਜਿੰਨੀਆਂ ਚੀਜ਼ਾਂ ਮੈਂ ਹਾਈਲਾਈਟ ਕਰਦਾ ਪਲੀਜ਼ ਰੀਡ ਕਰ ਲਓ, ਇਹਨਾਂ ਵਿੱਚੋਂ ਕੁਐਸਚਨਸ ਬਹੁਤ ਵੱਧ ਜਾਂਦੇ ਹੁੰਦੇ ਆ, ਠੀਕ ਆ ਜੀ। ਹੁਣ ਆਪਾਂ ਨਾਟੋ ਬਾਰੇ ਦੇਖ ਲੈਂਦੇ ਥੋੜ੍ਹਾ ਜਿਹਾ। ਜਿਵੇਂ ਪਹਿਲਾਂ ਵੀ ਦੱਸਿਆ, ਇੱਕ ਤਾਂ ਇਹ ਮਿਲਟਰੀ ਅਲਾਇੰਸ ਆ, ਠੀਕ ਹੈ ਜੀ। ਕਿਹੜੀ ਟ੍ਰੀਟੀ ਅੰਦਰ ਬਣੀ ਆ ਜੀ? ਵਾਸ਼ਿੰਗਟਨ ਟ੍ਰੀਟੀ ਦੇ ਅੰਡਰ। ਨਾਟੋ ਦੀ ਫੁੱਲ ਫਾਰਮ ਦੇਖ ਲਓ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਜੇ ਪਿਛਲੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਸੀਗਾ ਕਿ ਕਿਹੜੀ ਅਲਾਇੰਸ ਆ, ਹੋ ਸਕਦਾ ਇਸ ਵਾਰ ਪੁੱਛ ਲੈਣ ਇਹਦੀ ਫੁੱਲ ਫਾਰਮ ਕੀ ਹੈ, ਠੀਕ ਆ। ਹੁਣ ਆਪਾਂ ਇਹਦੇ ਮੈਂਬਰ ਦੀ ਗੱਲ ਕਰੀਏ, ਜਿਵੇਂ ਇਹਦੇ ਮੈਂਬਰ ਹੈਗੇ ਆ ਸਾਡੇ ਕੋਲ, ਆਪਾਂ ਗੱਲ ਕਰਦੇ ਹਾਂ ਜੀ USA, ਯੂਨਾਈਟਿਡ ਸਟੇਟਸ, ਕੈਨੇਡਾ ਅਤੇ ਕਾਫੀ ਸਾਰੀਆਂ ਜਿਹੜੀਆਂ ਵੈਸਟਰਨ ਯੂਰਪ ਦੀਆਂ ਕੰਟਰੀਜ਼। ਇਹਦਾ ਕੰਮ ਕੀ ਹੁੰਦਾ? ਮੀਨਸ ਜਿੰਨੇ ਵੀ ਇਹਦੇ ਮੈਂਬਰ ਹੋਣਗੇ, ਜੇ ਕਿਸੇ ਵੀ ਕੰਟਰੀ ਨੇ ਇੱਕ ਮੈਂਬਰ 'ਤੇ ਵੀ ਹਮਲਾ ਕੀਤਾ ਤਾਂ ਇਹ ਸੋਚਦੇ ਆ ਕਿ ਸਾਡੇ ਸਾਰੇ ਜਣਿਆਂ 'ਤੇ ਹਮਲਾ ਹੋ ਗਿਆ। ਤਾਂ ਕਰਕੇ ਇਹ ਜਿਹੜੀ ਵੀ ਕੰਟਰੀ ਦਾ ਮੈਂਬਰ ਹੁੰਦੀ ਹੈ ਉਹਨੂੰ ਮਿਲਟਰੀ ਬੇਸ 'ਤੇ ਕਾਫੀ ਸਿਕਿਉਰਿਟੀ ਦਿੰਦੀ ਹੈ ਨਾਟੋ। ਉਮੀਦ ਹੈ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਅੱਗੇ ਚੱਲਦੇ ਹਾਂ ਜੀ। ਆ ਮੈਪ ਆ, ਮੈਪ ਨੂੰ ਧਿਆਨ ਨਾਲ ਜ਼ਰੂਰ ਦੇਖਣਾ ਸੀ। ਮੈਡੀਟੇਰੀਅਨ ਸੀ ਆ, ਇਟਲੀ ਆ ਇੱਥੇ ਪੈਂਦਾ ਸਾਡੇ ਕੋਲ। ਇਹ ਸਾਡੇ ਕੋਲ UK ਆ, ਯੂਨਾਈਟਿਡ ਕਿੰਗਡਮ, ਠੀਕ ਆ। ਬਾਲਟਿਕ ਸੀ ਇੱਥੇ ਪੈਂਦਾ, ਅਤੇ ਇਹ ਸਾਡੇ ਕੋਲ ਹੈਗਾ ਐਟਲਾਂਟਿਕ ਓਸ਼ਨ। ਤਾਂ ਹੀ ਇਹਦੇ ਨਾਂ ਦੇ ਵਿੱਚ ਵੀ ਐਟਲਾਂਟਿਕ ਓਸ਼ਨ ਆਉਂਦਾ। ਇੱਕ ਵਾਰ ਮੈਂ ਨਾਂ ਦਾ ਤੁਹਾਨੂੰ ਫਿਰ ਪੜ੍ਹਾ ਦੇਵਾਂ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਠੀਕ ਆ। ਉਮੀਦ ਆ ਕਿ ਤੁਹਾਨੂੰ ਇਹਦੀ ਫੁੱਲ ਫਾਰਮ ਵੀ ਪਤਾ ਲੱਗ ਗਈ ਹੋਊਗੀ ਅਤੇ ਕਦੋਂ ਬਣੀ ਉਹ ਵੀ ਪਤਾ ਲੱਗ ਗਿਆ ਹੋਊਗਾ। ਅਤੇ ਜੇ ਐਗਜ਼ਾਮ ਦੇ ਵਿੱਚ ਕੁਐਸਚਨ ਆਊਗਾ ਤਾਂ ਤੁਹਾਨੂੰ ਪਤਾ ਲੱਗ ਜੂਗਾ। ਦੂਜੀ ਗੱਲ, ਜੇ ਨਹੀਂ ਪਤਾ ਲੱਗ ਰਿਹਾ ਕੁਛ ਵੀ ਇਹਦੇ ਬਾਰੇ, ਤਾਂ ਲੈਕਚਰ ਨੂੰ ਦੁਬਾਰਾ ਫਿਰ ਸੁਣ ਲਿਓ, ਤੁਹਾਨੂੰ ਹੋਰ ਕਲੀਅਰ ਹੋ ਜੂਗਾ ਰਿਵੀਜ਼ਨ ਦੇ ਲਈ। ਵੈਸੇ ਤਾਂ ਇਹ PDF ਵੀ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਚੈਨਲ 'ਤੇ ਭੇਜ ਦੂੰਗਾ, ਅਤੇ ਉਹ ਟੈਲੀਗ੍ਰਾਮ ਦਾ ਚੈਨਲ ਮੇਰਾ ਲਿੰਕ ਦੇ ਵਿੱਚ ਹੋਊਗਾ ਡਿਸਕ੍ਰਿਪਸ਼ਨ ਦੇ ਵਿੱਚ। ਤੁਸੀਂ ਟੈਲੀਗ੍ਰਾਮ ਦਾ ਚੈਨਲ ਜੁਆਇਨ ਕਰ ਸਕਦੇ ਹੋ। ਮੇਰੇ ਟੈਲੀਗ੍ਰਾਮ ਚੈਨਲ ਦਾ ਨਾਮ ਹੈਗਾ ਮਿਸਟਰ ਫਤਿਹ ਸਿੰਘ। ਯੂਕਰੇਨ ਦੀ ਗੱਲ ਕਰਾਂ, ਯੂਕਰੇਨ ਜਿਹੜੀ ਕੰਟਰੀ ਆ ਉਹ ਬਲੈਕ ਸੀ ਦੇ ਕੋਲ ਲੱਗਦੀ ਹੈ। ਦੇਖੋ ਜੀ, ਇਹ ਬਲੈਕ ਸੀ ਆ ਸਾਡੇ ਕੋਲ। ਉਦੋਂ ਬਾਅਦ ਸਾਡੇ ਕੋਲ ਮੈਡੀਟੇਰੀਅਨ ਸੀ ਆ, ਇੱਕ ਆ ਛੋਟਾ ਜਿਹਾ ਹੋਰ ਸੀ ਆ, ਸੀ ਆਫ ਅਜ਼ੋਵ ਇਹਨੂੰ ਕਹਿੰਦੇ ਆ ਜੀ। ਸੀ ਆਫ ਅਜ਼ੋਵ ਅਤੇ ਬਲੈਕ ਸੀ ਨੂੰ ਜੋੜਨ ਦੇ ਲਈ ਇੱਥੇ ਸਟ੍ਰੇਟ ਆਫ ਕਰਚ, ਇਹ ਵੀ ਯਾਦ ਰੱਖਿਓ। ਜਿਹੜੀਆਂ ਚੀਜ਼ਾਂ ਮੈਂ ਬੋਲਦਾ ਪਲੀਜ਼ ਨੋਟ ਕਰ ਲਿਓ, ਐਗਜ਼ਾਮ ਦੇ ਵਿੱਚ ਕੁਐਸਚਨ ਬਣ ਜਾਂਦੇ ਹੁੰਦੇ ਆ। ਫਿਰ ਸਾਡੇ ਕੋਲ ਹੈਗਾ ਟੀਕਾ ਉਤਸਵ, ਅਤੇ ਟੀਕਾ ਉਤਸਵ ਨੂੰ ਸੈਲੀਬ੍ਰੇਟ ਕਰਨ ਦੀ ਡੇਟ ਯਾਦ ਰੱਖਿਓ। ਇਹਨੂੰ ਅਸੀਂ ਸਟਾਰਟ ਕੀਤਾ ਸੀਗਾ 11 ਅਪ੍ਰੈਲ ਤੋਂ, ਅਤੇ ਅਸੀਂ ਸੈਲੀਬ੍ਰੇਟ ਕੀਤਾ ਸੀਗਾ ਅਪ ਟੂ ਦਾ 14 ਅਪ੍ਰੈਲ ਤੱਕ। ਹੁਣ 11 ਅਪ੍ਰੈਲ ਨੂੰ ਕੀ ਸੀਗਾ? ਬਰਥ ਐਨੀਵਰਸਰੀ ਆਫ ਮਹਾਤਮਾ ਜੋਤੀ ਰਾਓ ਫੂਲੇ। ਐਂਡ ਜੇ ਮੈਂ ਗੱਲ ਕਰਾਂ 14 ਅਪ੍ਰੈਲ ਨੂੰ ਬਰਥਡੇ ਕਿਹਦਾ ਸੀਗਾ ਜੀ? ਬਾਬਾ ਸਾਹਿਬ ਅੰਬੇਦਕਰ ਦਾ। ਚਲੋ ਨੈਕਸਟ ਹੈਗਾ G20 ਨੇਸ਼ਨਸ। ਅਤੇ G20 ਨੇਸ਼ਨਸ ਨਿਊਜ਼ ਦੇ ਵਿੱਚ ਕਿਉਂ ਆ? ਕਿਉਂਕਿ ਇਹ ਸੋਚਦੇ ਆ ਕਿ ਅਸੀਂ ਜਿਹੜਾ ਕਾਰਪੋਰੇਟ ਟੈਕਸਾਂ ਨੂੰ ਮਿਨੀਮਮ ਕਰਨਾ, ਇਹ ਨਿਊਜ਼ ਦੇ ਵਿੱਚ ਆ। ਹੁਣ ਆਪਾਂ G20 ਦੇ ਸਾਡੇ ਲਈ ਇੰਪੋਰਟੈਂਟ ਕੀ ਹੈ? ਇਹਦੇ ਮੈਂਬਰ ਯਾਦ ਰੱਖਣੇ ਬੜੇ ਇੰਪੋਰਟੈਂਟ ਆ, ਐਗਜ਼ਾਮ ਦੇ ਵਿੱਚ ਕੁਐਸਚਨ ਬਣ ਜਾਂਦਾ। ਟੋਟਲ G20 ਦੇ 19 ਕੰਟਰੀਜ਼ ਦਾ ਮੈਂਬਰ ਆ ਅਤੇ ਇੱਕ ਯੂਰੋਪੀਅਨ ਯੂਨੀਅਨ, ਠੀਕ ਹੈ। 19 ਕੰਟਰੀਜ਼ ਦਾ ਮੈਂਬਰ ਆ ਅਤੇ ਇੱਕ ਯੂਰੋਪੀਅਨ ਯੂਨੀਅਨ, ਟੋਟਲ 20 ਹੋ ਗਿਆ। ਤਾਂ ਕਰਕੇ ਉਹਨੂੰ G20 ਕਹਿੰਦੇ ਆ, ਗਰੁੱਪ ਆਫ 20 ਕੰਟਰੀਜ਼ ਔਰ ਆਰਗੇਨਾਈਜੇਸ਼ਨ। ਹੁਣ ਇਹਨਾਂ ਦੇ ਮੈਂਬਰ ਤੁਸੀਂ ਯਾਦ ਕਿਵੇਂ ਕਰਨੇ ਆ? ਬੜੀ ਵਧੀਆ ਟੈਕਨੀਕ ਮੈਂ ਤੁਹਾਨੂੰ ਦੱਸੂੰਗਾ ਜੀ। ਸਭ ਤੋਂ ਪਹਿਲਾਂ ਏਸ਼ੀਆ ਸਾਡੇ ਕੋਲ ਕੌਂਟੀਨੈਂਟ, ਫਿਰ ਸਾਡੇ ਕੋਲ ਯੂਰੋਪ ਕੌਂਟੀਨੈਂਟ ਆ, ਨਾਰਥ ਅਮਰੀਕਾ ਕੌਂਟੀਨੈਂਟ ਆ, ਸਾਊਥ ਅਮਰੀਕਾ ਕੌਂਟੀਨੈਂਟ ਆ, ਅਤੇ ਅਫਰੀਕਾ, ਨਾਰਥ ਅਮਰੀਕਾ, ਅਫਰੀਕਾ, ਅਤੇ ਆਸਟ੍ਰੇਲੀਆ ਅਤੇ ਯੂਰੋਪੀਅਨ ਯੂਨੀਅਨ। ਹੁਣ ਸਭ ਤੋਂ ਵੱਡਾ ਕੌਂਟੀਨੈਂਟ ਕਿਹੜਾ ਸਾਡੇ ਕੋਲ? ਏਸ਼ੀਆ। ਏਸ਼ੀਆ ਦੇ ਵਿੱਚੋਂ ਕਿੰਨੇ ਮੈਂਬਰ? ਦੇ ਕੋਲ 8 ਮੈਂਬਰ ਆ ਜੀ। ਕਿਹੜੇ ਕਿਹੜੇ? ਇੰਡੀਆ, ਚਾਈਨਾ, ਰਸ਼ੀਆ, ਜਾਪਾਨ, ਸਾਊਥ ਕੋਰੀਆ, ਇੰਡੋਨੇਸ਼ੀਆ, ਸਾਊਦੀ ਅਰੇਬੀਆ ਐਂਡ ਤੁਰਕੀ। ਫਿਰ ਸਾਡੇ ਕੋਲ ਯੂਰੋਪ ਆ। ਯੂਰੋਪ ਦੇ ਵਿੱਚੋਂ ਯੂਨਾਈਟਿਡ ਕਿੰਗਡਮ, UK, ਜਰਮਨੀ, ਫਰਾਂਸ ਅਤੇ ਇਟਲੀ। ਇਹ ਚਾਰੋਂ ਦੇ ਚਾਰੋਂ ਮੈਂਬਰ ਸਾਡੇ ਕੋਲ G7 ਦੇ ਵੀ ਹੈਗੇ ਆ, ਇਹ ਵੀ ਯਾਦ ਰੱਖਿਓ, ਠੀਕ ਆ। ਅਤੇ ਇੱਧਰੋਂ ਸਾਡੇ ਕੋਲ ਜਾਪਾਨ ਆ G7 ਦਾ ਮੈਂਬਰ। ਫਿਰ ਸਾਡੇ ਕੋਲ ਹੈਗਾ ਜੀ ਨਾਰਥ ਅਮਰੀਕਾ ਨਾਰਥ ਅਮਰੀਕਾ ਰਹੇਗਾ। ਨਾਰਥ ਅਮਰੀਕਾ ਵਿੱਚ ਕੈਨੇਡਾ, ਯੂਨਾਈਟਿਡ ਸਟੇਟਸ ਅਤੇ ਮੈਕਸੀਕੋ। ਹਾਂਜੀ, ਉਦੋਂ ਬਾਅਦ ਮੈਂ ਚੱਲਦਾ ਅੱਗੇ। ਸਾਊਥ ਅਮਰੀਕਾ ਦੇ ਵਿੱਚੋਂ ਬ੍ਰਾਜ਼ੀਲ ਅਤੇ ਅਰਜਨਟੀਨਾ। ਫਿਰ ਹੈਗਾ ਅਫਰੀਕਾ ਦੇ ਵਿੱਚੋਂ ਸਾਊਥ ਅਫਰੀਕਾ।
ਫਿਰ ਸਾਡੇ ਕੋਲ ਆਸਟ੍ਰੇਲੀਆ ਤੇ ਯੂਰੋਪੀਅਨ ਯੂਨੀਅਨ ਕਾਊਂਟ ਕਰਾਂਗੇ, ਟੋਟਲ 20 ਹੋ ਜਾਣਗੇ। ਇੱਥੇ ਮੈਂ ਤੁਹਾਨੂੰ G7 ਦੇ ਮੈਂਬਰ ਵੀ ਦੱਸ ਦੇਵਾਂ, ਜਿਵੇਂ ਮੈਂ ਦੱਸ ਕੱਟਾਂ ਜੀ, ਜਿਹੜੇ ਯੂਰੋਪੀਅਨ ਯੂਨੀਅਨ ਦੇ 4 ਮੈਂਬਰ ਆ, G7 ਦੇ ਮੈਂਬਰ ਆ, 4 ਇਹ ਹੋਗਾ ਜੀ। 5ਵੇਂ ਨੰਬਰ 'ਤੇ ਸਾਡੇ ਕੋਲ ਜਾਪਾਨ ਹੋ ਗਿਆ, 6ਵੇਂ ਨੰਬਰ 'ਤੇ USA ਹੋ ਗਿਆ, ਤੇ 7ਵੇਂ ਨੰਬਰ 'ਤੇ ਕੈਨੇਡਾ ਹੋ ਗਿਆ। ਇਹ ਟੋਟਲ G7 ਦੇ 7 ਮੈਂਬਰ ਆ। ਮੈਪ ਦੇ ਵਿੱਚ ਦਿਖਾਇਆ ਗਿਆ, ਇੱਕ ਵਾਰ ਮੈਪ ਧਿਆਨ ਨਾਲ ਦੇਖ ਲਿਓ, ਦੁਬਾਰਾ ਵੀਡੀਓ ਦੇਖ ਲਿਓ, ਜੇ ਨਾ ਪਤਾ ਲੱਗੂਗਾ ਤਾਂ ਇੱਕ ਵਾਰ ਸੁਣ ਲਿਓ ਦੁਬਾਰਾ ਫਿਰ ਵੀਡੀਓ। ਚਲੋ ਅੱਗੇ ਚੱਲਦੇ ਹਾਂ ਜੀ। IRV 2020, IRV ਦਾ ਕੀ ਫੁੱਲ ਫਾਰਮ ਪਹਿਲਾਂ ਤਾਂ, ਠੀਕ ਹੈ, ਇੰਡੀਅਨ ਰਾਈਨੋ ਵਿਜ਼ਨ, ਇੰਡੀਅਨ ਰਾਈਨੋ ਵਿਜ਼ਨ। ਸਿੰਪਲੀ ਬਤਾਊਂਗਾ ਜੀ, ਦੱਸੂਗਾ ਤੁਹਾਨੂੰ ਮੈਂ। ਇੰਡੀਅਨ ਰਾਈਨੋ ਵਿਜ਼ਨ ਪਹਿਲੀ ਗੱਲ ਤਾਂ ਫੁੱਲ ਫਾਰਮ ਯਾਦ ਰੱਖਿਓ। ਅਸੀਂ ਸਾਡੇ ਕੋਲ ਇੱਕ ਵਿਜ਼ਨ ਆ 2020 ਤੱਕ ਦਾ ਕਿ ਅਸੀਂ ਰਾਈਨੋਜ਼ ਦੀ ਜਿਹੜੀ ਪੋਪੂਲੇਸ਼ਨ ਆ ਉਹ 3000 ਤੱਕ ਇਨਕਰੀਜ਼ ਕਰਨੀ ਆ 2020 ਤੱਕ। ਪਹਿਲਾਂ ਅਸੀਂ ਇਹ ਟਾਰਗੇਟ ਸੋਚਿਆ ਸੀ। ਇਸੇ ਦੇ ਅੰਡਰ ਕੀ ਹੋ ਰਿਹਾ, ਕਾਫੀ ਸਾਰੇ ਜੋ ਰਾਈਨੋਜ਼ ਆ, ਮੀਨਸ 12 ਇੱਕ ਸਿੰਗ ਵਾਲਾ ਗੈਂਡਾ, ਰਾਈਨੋਜ਼ ਦਾ ਮਤਲਬ ਹੈਗਾ ਇੱਕ ਸਿੰਗ ਵਾਲਾ ਗੈਂਡਾ। ਤੁਸੀਂ ਇਹਨੂੰ ਡਾਇਗਰਾਮ 'ਚ ਦੇਖ ਸਕਦੇ ਹੋ। ਨਿਊਜ਼ ਦੇ ਵਿੱਚ ਕਿਉਂ ਆ, ਕਿਉਂਕਿ ਹੁਣੇ ਅਸੀਂ ਟਰਾਂਸਲੋਕੇਟ ਕੀਤੇ ਆ ਪੋਬੀਤੋਰਾ ਵਾਈਲਡ ਲਾਈਫ ਸੈਂਚੁਰੀ ਟੂ ਮਾਨਸ ਨੈਸ਼ਨਲ ਪਾਰਕ। ਕੁਝ ਸਾਡੇ ਕੋਲ ਇੰਡੀਅਨ ਰਾਈਨੋ ਸੀਗੇ, ਠੀਕ ਹੈ, 2 ਅਡਲਟ ਇੰਡੀਅਨ ਰਾਈਨੋ ਸੀਗੇ, ਉਹਨਾਂ ਨੂੰ ਅਸੀਂ ਪੋਬੀਤੋਰਾ ਵਾਈਲਡ ਲਾਈਫ ਸੈਂਚੁਰੀ ਜੋ ਕਿ ਅਸਾਮ ਦੇ ਵਿੱਚ ਆ ਉੱਥੋਂ ਲੈ ਕੇ ਗਏ ਸੀਗੇ। ਮਾਨਸ ਨੈਸ਼ਨਲ ਪਾਰਕ ਉਹ ਵੀ ਅਸਾਮ ਦੇ ਵਿੱਚ ਹੀ ਹੈ। ਇੱਥੇ ਇਹਨਾਂ ਦੇ ਨਾਮ ਵੀ ਯਾਦ ਰੱਖਣੇ ਆ ਕਿ ਕਿਹੜਾ ਕਿਹੜਾ ਵਾਈਲਡ ਲਾਈਫ ਸੈਂਚੁਰੀ ਕਿੱਥੇ ਆ ਤੇ ਮਾਨਸ ਨੈਸ਼ਨਲ ਪਾਰਕ ਕਿੱਥੇ ਆ। ਸਟੇਟ ਦੇ ਵਿੱਚੋਂ ਕੁਐਸਚਨ ਆ ਜਾਂਦਾ ਹੁੰਦਾ ਇਹਦੇ ਵਿੱਚ। ਹੁਣ ਅਸੀਂ ਦੇਖਦੇ ਹਾਂ ਜੀ ਹੈ ਕਿ ਇਹ IVR ਇੰਡੀਅਨ ਰਾਈਨੋ ਵਿਜ਼ਨ 2020 ਇਹਦੇ ਵਿੱਚ ਕੀ ਸੋਚਿਆ ਗਿਆ ਸੀਗਾ। ਅਸੀਂ 2005 ਦੇ ਵਿੱਚ ਇਹਨੂੰ ਲਾਂਚ ਕੀਤਾ ਸੀਗਾ, ਠੀਕ ਆ। ਤੇ ਅਸੀਂ ਇਹ ਸੋਚਿਆ ਸੀਗਾ ਕਿ ਅਸੀਂ ਜਿਹੜੀ ਰਾਈਨੋਜ਼ ਦੀ ਪੋਪੂਲੇਸ਼ਨ ਆ ਉਹ ਇਨਕਰੀਜ਼ ਕਰਨੀ ਆ 2020 ਤੱਕ ਅਸਮ ਦੇ ਵਿੱਚ 3000 ਤੱਕ। ਤੇ 4 ਪ੍ਰੋਟੈਕਟਰ ਸਾਡੇ ਕੋਲ ਏਰੀਆ ਜਿੱਥੇ ਸਾਨੂੰ ਅੱਜ ਕੱਲ੍ਹ ਇਹ ਰਾਈਨੋਜ਼ ਮਿਲਦੇ ਆ। ਜਿਵੇਂ ਅਸੀਂ ਗੱਲ ਕਰੀਏ ਪੋਬੀਤੋਰਾ ਵਾਈਲਡ ਲਾਈਫ ਸੈਂਚੁਰੀ ਦੀ, ਰਾਜੀਵ ਗਾਂਧੀ ਔਰੰਗ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਮਾਨਸ ਨੈਸ਼ਨਲ ਪਾਰਕ। ਇਹ ਟੋਟਲ 4 ਆ ਜਿਨ੍ਹਾਂ ਦੇ ਵਿੱਚੋਂ ਸਾਨੂੰ ਕੀ ਇਹ ਮਿਲ ਗਿਆ, ਠੀਕ ਆ। ਚਲੀਏ ਅੱਗੇ। ਹੁਣ ਇੱਕ ਮੈਪ ਦੇ ਜ਼ਰੀਏ ਆਪਾਂ ਦੇਖ ਲੈਂਦੇ ਥੋੜ੍ਹਾ ਜਿਹਾ ਇਹਦੇ ਬਾਰੇ। ਅਸਾਮ ਦਾ ਮੈਪ ਆ ਜੀ, ਉੱਥੇ ਸਾਡੇ ਕੋਲ ਦੇਖੋ ਪੋਬੀਤੋਰਾ ਵਾਈਲਡ ਲਾਈਫ ਸੈਂਚੁਰੀ ਆ, ਕਾਜ਼ੀਰੰਗਾ ਨੈਸ਼ਨਲ ਪਾਰਕ ਆ, ਔਰੰਗ ਨੈਸ਼ਨਲ ਪਾਰਕ ਆ ਤੇ ਮਾਨਸ ਨੈਸ਼ਨਲ ਪਾਰਕ ਆ, ਜਿਨ੍ਹਾਂ ਦੀ ਅਸੀਂ ਗੱਲ ਕੀਤੀ ਆ। ਇਹਨਾਂ ਨੂੰ ਤੁਸੀਂ ਧਿਆਨ ਨਾਲ ਮੈਪ ਦੇ ਵਿੱਚ ਦੇਖ ਲਿਓ। ਅੱਗੇ ਚੱਲਦੇ ਹਾਂ, ਕੁਛ ਇਹਦੇ ਬਾਰੇ ਥੋੜ੍ਹਾ ਜਿਹਾ ਦੇਖ ਲੈਂਦੇ ਜੀ। 1 ਹੌਰਨ ਰਾਈਨੋ ਦੇ ਬਾਰੇ, 12 ਸਿੰਘਾਂ ਨਹੀਂ, ਇੱਕ ਸਿੰਘ ਵਾਲਾ ਗੈਂਡਾ ਇੰਡੀਆ ਦੇ ਵਿੱਚ ਮਿਲਦਾ ਸਾਨੂੰ। ਇਹ ਇੰਪੋਰਟੈਂਟ ਗੱਲ ਆ, ਹੋਰ ਕਿਤੇ ਨਹੀਂ ਮਿਲਦਾ। ਦੂਜੀ ਗੱਲ, ਇਹਨੂੰ ਇੰਡੀਅਨ ਰਾਈਨੋ ਵੀ ਕਹਿੰਦੇ ਆ। ਤੇ ਤੀਜੀ ਇੰਪੋਰਟੈਂਟ ਗੱਲ ਕੀ ਆ, IUCN ਦੀ ਲਿਸਟ ਦੇ ਵਿੱਚ ਇਹ ਵਲਨਰੇਬਲ ਦੀ ਕੈਟੇਗਰੀ 'ਚ ਆਉਂਦਾ ਆ। ਤੇ ਜਿਵੇਂ ਸਾਡੇ ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਉਹਦੀ ਗੱਲ ਕਰਾਂ, ਉਹਦੇ ਵਿੱਚ ਸ਼ਡਿਊਲ 1 ਦੇ ਵਿੱਚ ਆਉਂਦਾ, ਠੀਕ ਆ। ਇਹ ਹੋ ਗਿਆ ਪਾਰਟ 2 ਇੱਥੋਂ ਤੱਕ। ਪਾਰਟ 3 ਮੈਂ ਤੁਹਾਡੇ ਲਈ ਜਲਦੀ ਹੀ ਲੈ ਕੇ ਆਊਂਗਾ, ਕਿਉਂਕਿ ਮੈਨੂੰ ਪਤਾ ਤੁਹਾਡਾ ਐਗਜ਼ਾਮ ਆ ਤੇ ਮੈਂ ਜਲਦੀ ਪਾਰਟ 3 ਵੀ ਲੈ ਕੇ ਆਊਂਗਾ। ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹਦੇ ਵਿੱਚੋਂ ਐਗਜ਼ਾਮ ਦੇ ਵਿੱਚ ਕੁਐਸਚਨ ਬਣ ਸਕਦੇ ਆ ਜੀ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।